ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਇਸ ਵੇਲੇ ਪੰਜਾਬ ਦੇ ਵੱਖ-ਵੱਖ ਟੋਲ ਪਲਾਜ਼ਿਆਂ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਐਕਟਿਵਿਸਟ ਆਗੂ ਬੈਠੇ ਹਨ, ਜਿੱਥੇ ਦਿੱਲੀ ਵਿੱਚ ਦਿੱਲੀ ਦੇ ਆਲੇ ਦੁਆਲੇ ਪੰਜਾਬ ਅਤੇ ਮੁਲਕ ਭਰ ਦੇ ਕਿਸਾਨਾਂ ਨੇ ਮੋਰਚਾਬੰਦੀ ਕੀਤੀ ਹੋਈ ਹੈ। ਉੱਥੇ ਪੰਜਾਬ ਅਤੇ ਹਰਿਆਣਾ ਵਿਚਲੇ ਟੋਲ ਪਲਾਜ਼ਿਆਂ ਤੇ ਮੌਲਾਂ ਤੇ ਰਿਲਾਇੰਸ ਅਤੇ ਅਡਾਨੀ ਦੀਆਂ ਮੌਲਾਂ ਦੇ ਦੁਆਲੇ ਵੀ ਘੇਰਾਬੰਦੀ ਕੀਤੀ ਹੋਈ ਹੈ। ਅਸੀਂ ਇਸ ਵੇਲੇ ਅਜ਼ੀਜ਼ਪੁਰ ਟੋਲ ਪਲਾਜ਼ਾ ਜੋ ਚੰਡੀਗੜ੍ਹ ਪਟਿਆਲਾ ਹਾਈਵੇ ਤੇ ਚੰਡੀਗੜ੍ਹ ਵਾਲੇ ਪਾਸਿਓਂ ਪਹਿਲਾ ਟੋਲ ਪਲਾਜ਼ਾ ਹੈ, ਉੱਥੇ ਹਾਂ। ਇੱਥੇ ਅਸੀਂ ਕੁਝ ਕਿਸਾਨ ਕਾਰਕੁਨਾਂ ਨੂੰ ਮਿਲਦੇ ਹਾਂ ਤੇ ਨਾਅਰੇਬਾਜ਼ੀ ਚੱਲ ਰਹੀ ਹੈ ਤੇ ਇਹ ਇੱਥੇ ਲਗਾਤਾਰ ਡਟੇ ਹੋਏ ਹਨ। ਇਹਨਾਂ ਦਾ ਲੰਗਰ ਵੀ ਬਰਕਰਾਰ ਰਹਿੰਦਾ ਹੈ। ਆਪਾਂ ਕੁਝ ਆਗੂਆਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਂ ਕੀ ਹੈ? ਪ੍ਰੇਮ ਸਿੰਘ ਹੈ ਨਾਮ ਮੇਰਾ ਜੀ। ਤੁਸੀਂ ਹੈਗੇ ਹੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ? ਹਾਂਜੀ, ਮੈਂ ਆਪਣੇ ਸਾਬਕਾ ਫੌਜੀ ਜਥੇਬੰਦੀ ਬਨੂੜ ਤੋਂ ਹਾਂ ਜੀ। ਪ੍ਰੇਮ ਸਿੰਘ ਮੇਰਾ ਨਾਮ ਹੈ। ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਹੋ? 2.5 ਮਹੀਨੇ ਹੋ ਗਏ ਇੱਥੇ। ਨਹੀਂ, ਵਾਰੀ-ਵਾਰੀ ਆ ਰਹੇ ਹੋ ਨਾ? ਨਾ ਲਗਾਤਾਰ ਕੰਟੀਨਿਊ ਹੋ ਜਾਈ। ਨਹੀਂ, ਪਹਿਲਾਂ ਕਿਰਤੀ ਕਿਸਾਨ ਯੂਨੀਅਨ ਵਾਲੇ ਵੀ ਇੱਥੇ ਸਨ? ਇੱਥੇ ਸੀਗੇ ਸਾਰੇ ਨਾਲ ਹੀ ਹੈ ਜੀ। ਹੁਣ ਇਸ ਵੇਲੇ ਸਮਰਥਨ ਦੇਵਾ ਫੌਜੀ ਭਾਈਆਂ ਨੇ। ਹਾਂ, ਹੁਣ ਇਸ ਵੇਲੇ ਕਿਹੜੀਆਂ ਜਥੇਬੰਦੀਆਂ ਇਸ ਵੇਲੇ ਇੱਥੇ ਹਾਜ਼ਰ ਨੇ? ਇਹ ਸਿੱਧੂਪੁਰ ਹੈਗਾ ਨਹੀਂ ਜੀ। ਇੱਕ ਕਾਮਰੇਡ ਪਾਰਟੀ ਹੈਗੀ ਆ। ਨਹੀਂ, ਪੂਰਾ ਨਾਂ ਬੋਲੋ ਨਾ ਜਥੇਬੰਦੀਆਂ ਦੇ ਪੂਰੇ ਨਾਂ। ਹਾਂਜੀ, ਇਹ ਬੋਲੋ ਕਿਹੜੀ ਪਾਰਟੀ? ਆਲ ਇੰਡੀਆ ਕਿਸਾਨ ਸਭਾ। ਹਾਂਜੀ, ਆਲ ਇੰਡੀਆ ਕਿਸਾਨ ਸਭਾ। ਤੁਹਾਡਾ ਨਾਂ? ਮੇਰਾ ਨਾਮ ਸਤਪਾਲ ਜੀ। ਮੈਂ ਜ਼ਿਲ੍ਹਾ ਪ੍ਰਧਾਨ ਕੁਲਿੰਦ ਖੇਤ ਮਜ਼ਦੂਰ ਯੂਨੀਅਨ ਔਰ ਮੈਂ ਸੰਬੰਧਿਤ ਆਲ ਇੰਡੀਆ ਕਿਸਾਨ ਸਭਾ। ਜੀ। ਹਾਂਜੀ ਪ੍ਰੇਮ ਸਿੰਘ ਜੀ, ਤੁਸੀਂ ਕਿਵੇਂ ਸੋਚਦੇ ਹੋ ਖੇਤੀ ਕਾਨੂੰਨਾਂ ਬਾਰੇ? ਖੇਤੀ ਕਾਨੂੰਨ ਗਲਤ ਬਣਾਏ ਮੈਡਮ ਇਹਨਾਂ ਨੇ। ਜਦੋਂ ਖੇਤੀ ਕਾਨੂੰਨ ਬਣਾਏ ਸੀ ਕਿਸੇ ਜ਼ਿਮੀਂਦਾਰ ਨੂੰ ਪੁੱਛਿਆ ਸੀ ਇਹਨਾਂ ਨੇ? ਇਹ ਆਪਣੇ ਆਪ ਹੀ ਥੋਪ ਰਹੇ ਨੇ। ਇਹ ਬੜੇ ਅਡਾਨੀ ਬਾਨੀ ਦੇ ਹੱਥਾਂ 'ਚ ਦੇ ਰਹੇ ਨੇ ਸਾਨੂੰ ਅੱਜ ਆਟਾ 30-35 ਰੁਪਏ ਕਿਲੋ ਮਿਲ ਰਿਹਾ। ਇਹ 200 ਰੁਪਏ ਕਿਲੋ ਆਟਾ ਮਿਲੇਗਾ ਇਕੱਲੇ ਮਜ਼ਦੂਰ ਨੂੰ। ਜੇ ਹਾਲਤ ਰਹੀ, ਜੇ ਕਾਨੂੰਨ ਵਾਪਸ ਨਾ ਹੋਏ ਤੇ ਸਾਡੀ ਵੀ ਕੋਈ ਹੈਗੀ ਆ ਡਿਮਾਂਡ, ਕੋਈ ਸਾਡੇ ਦਿਲ ਦੇ ਅਰਮਾਨ ਵੀ ਹੈਗੇ ਨੇ। ਕੱਲਾ ਮੋਦੀ ਕਹਿੰਦਾ ਮੇਰੇ ਮਨ ਕੀ ਬਾਤ, ਮੀਡੀਆ ਵਾਲੇ ਵੀ ਉਹਨੂੰ ਮਤਲਬ ਚੰਗਾ ਕਰਦੇ ਨੇ ਅੱਗੇ ਕਿ ਹਾਂ ਮਨ ਕੀ ਬਾਤ ਆਏਗੀ ਜੀ ਪਰਸੋਂ ਨੂੰ ਕਿਉਂ ਆਏਗੀ ਸਾਡੀ? ਅੱਜ ਸੁਣੋ, ਜਿਹੜੇ ਕਈ ਲੱਖ ਬੰਦੇ ਬੈਠੇ ਨੇ, ਬੀਬੀਆਂ ਬੈਠੀਆਂ ਨੇ, ਉਹਨਾਂ ਦੀ ਕਿਉਂ ਨਹੀਂ ਸੁਣਦਾ? ਉਹਨੂੰ ਕੋਈ ਅਧਿਕਾਰ ਨਹੀਂ ਸੁਣਦਾ? ਉਹ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੈ, ਇਕੱਲੀ ਪਾਰਟੀ ਦਾ ਪ੍ਰਧਾਨ ਮੰਤਰੀ ਨਹੀਂ ਹੈਗਾ। ਨਾ ਰਾਸ਼ਟਰਪਤੀ ਹੁੰਦਾ ਇਕੱਲੇ ਪਾਰਟੀ ਦਾ, ਨਾ ਪ੍ਰਧਾਨ ਮੰਤਰੀ ਹੁੰਦਾ। ਇਹਨਾਂ ਦਾ ਆਪਣੀ ਰਾਜਸ਼ਾਹੀ ਕਰ ਰੱਖੀ ਇਕੱਲਿਆਂ ਨਹੀਂ। ਇਹਨਾਂ ਨੇ ਕਿਆ ਸੋਚ ਰੱਖਿਆ ਇਹਨਾਂ ਨੇ ਕਿ ਕਿਸਾਨ ਕੋਈ ਚੀਜ਼ ਨਹੀਂ ਹੈ? ਤੁਸੀਂ ਸਾਬਕਾ ਫੌਜੀ ਹੋ? ਸਾਬਕਾ ਫੌਜੀ ਜੀ। 2 ਲੜਾਈਆਂ ਲੜ ਕੇ ਆ ਗਏ ਮੈਂ ਨਾ। ਕਿਹੜੀਆਂ ਲੜਾਈਆਂ ਲੜੀ? 65 ਔਰ 71 ਦੀ। ਹਾਂਜੀ। ਤੇ ਹੁਣ ਜਦੋਂ ਇਹ ਕਿਸਾਨਾਂ ਨੂੰ ਜਿਸ ਤਰ੍ਹਾਂ ਕੁਝ ਮੀਡੀਆ ਵੱਲੋਂ ਖਾਲਿਸਤਾਨੀ ਜਾਂ ਅੱਤਵਾਦੀ ਕਿਹਾ ਜਾ ਰਿਹਾ ਹੈ, ਤੇ ਜਦੋਂ ਕਿ ਕਿਸਾਨੀ ਵਿੱਚੋਂ ਹੀ ਕੁਝ ਬਹੁਤੇ ਨੌਜਵਾਨ ਫੌਜ ਵਿੱਚ ਗਲਤ ਕਿਹਾ ਜਾ ਰਿਹਾ। ਕਿਉਂ ਮਤਲਬ ਅੱਤਵਾਦ ਕਹਿ ਰਹੇ ਨੇ? ਉਹ ਅੱਤਵਾਦੀ ਨੇ, ਕਿਸਾਨ ਅੱਤਵਾਦੀ ਨੇ। ਮਤਲਬ ਆਪਣੀ ਕਿਰਤ ਕਰਕੇ ਰੋਟੀਆਂ ਖਾ ਰਹੇ ਨੇ, ਨਾਲੇ ਸਾਨੂੰ ਖਿਲਾ ਰਹੇ ਨੇ, ਨਾਲੇ ਹੋਰਾਂ ਲੋਕਲ ਪਬਲਿਕ ਖਾ ਰਹੇ ਨੇ। ਪਰ ਪ੍ਰਧਾਨ ਮੰਤਰੀ ਤੇ ਬੀਜੇਪੀ ਦੇ ਹੋਰ ਮੰਤਰੀ ਲਗਾਤਾਰ ਪ੍ਰਚਾਰ ਕਰ ਰਹੇ ਨੇ ਕਿ ਇਹ ਜਿਹੜੇ ਨਵੇਂ ਖੇਤੀ ਕਾਨੂੰਨ ਨੇ ਇਹ ਕਿਸਾਨਾਂ ਦੇ ਹੱਕ 'ਚ ਨੇ। ਹੱਕ 'ਚ ਕਿੱਦਾਂ ਹੋਣਗੇ? ਇਹਦਾ ਮਤਲਬ ਸਾਰੇ ਪਾਗਲ ਬੈਠੇ ਨੇ। ਅਸੀਂ ਇੰਨੇ ਦਿਨ ਤੇ 3 ਮਹੀਨੇ ਹੋ ਗਏ ਬੱਚੇ ਲੈ ਕੇ ਦਿੱਲੀ ਬੈਠੇ ਨੇ। ਬਾਰਿਸ਼ ਪੈ ਰਹੀ, ਠੰਡ ਪੈ ਰਹੀਆਂ ਨੇ, ਬਜ਼ੁਰਗ ਆਦਮੀ ਨੇ, ਕਿੰਨੀਆਂ ਕੈਜੁਅਲਟੀਆਂ ਹੋ ਗਈਆਂ ਉੱਥੇ। ਅੱਜ ਪਹਿਲਾਂ ਅਸੀਂ ਪਾਕਿਸਤਾਨ ਨਾਲ ਲੜਦੇ ਰਹੇ, ਚਾਈਨਾ ਨਾਲ ਲੜਦੇ ਰਹੇ, ਅੱਜ ਸਾਨੂੰ ਆਪਣੇ ਦੇਸ਼ ਦੇ ਵਿੱਚ ਲੜਨਾ ਪੈ ਰਿਹਾ ਆ ਕੇ। ਇਹ ਕੋਈ ਕਾਨੂੰਨ ਹੈ? ਕਿਹੜਾ ਕਾਨੂੰਨ ਰਹਿ ਗਿਆ? ਇਹ ਧੱਕੇਸ਼ਾਹੀ ਹੋ ਗਈ। ਸਤਪਾਲ ਜੀ, ਤੁਸੀਂ ਕਿਸਾਨ ਮਜ਼ਦੂਰ ਯੂਨੀਅਨ ਨਾਲ ਹੋ? ਜੀ। ਕੱਲ੍ਹ ਨੂੰ 7 ਤਰੀਕ ਨੂੰ ਜਾਣੀ ਕਿ 7 ਜਨਵਰੀ ਨੂੰ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਜਾ ਰਹੀਆਂ ਨੇ ਦਿੱਲੀ ਮੋਰਚੇਬੰਦੀ ਵਿੱਚ ਸ਼ਮੂਲੀਅਤ ਕਰਨ, ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਉਹਨਾਂ ਬਾਰੇ? ਜਿਹੜੀ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ ਪਿਛਲੇ ਸਮੇਂ ਤੋਂ ਸ਼ੁਰੂ ਤੋਂ ਹੀ ਇਹ ਫੈਸਲਾ ਕੀਤਾ ਹੋਇਆ ਵੀ ਜਿਹੜਾ ਕਿਸਾਨ ਦੇ ਖਿਲਾਫ ਬਿੱਲ ਲਿਆਂਦੇ ਗਏ ਨੇ, ਇਹ ਇਕੱਲੇ ਜਿੱਥੇ ਕਿਸਾਨ ਦਾ ਨੁਕਸਾਨ ਕਰਨੇ, ਸਾਰੇ ਵਰਗਾਂ ਦਾ ਹੀ ਨੁਕਸਾਨ ਕਰਨਾ, ਮਜ਼ਦੂਰਾਂ ਦਾ ਵੀ ਕਰਨਾ, ਛੋਟੇ ਮੁਲਾਜ਼ਮਾਂ ਦਾ, ਦੁਕਾਨਦਾਰਾਂ ਦਾ, ਸਾਰਿਆਂ ਦਾ ਨੁਕਸਾਨ ਕਰਨਾ। ਇਸ ਕਰਕੇ ਸਾਰੇ ਜਥੇਬੰਦੀਆਂ ਸ਼ੁਰੂ ਤੋਂ ਹੀ ਨਾਲ ਨੇ। ਉਹ ਵੱਡੀ ਗਿਣਤੀ 'ਚ ਕੱਲ੍ਹ ਨੂੰ ਵੀ ਜਿਹੜੇ ਦਿੱਲੀ ਦੇ ਮੋਰਚੇ ਸ਼ਾਮਲ ਹੋ ਰਹੀਆਂ ਨੇ। ਤੇ ਤੁਸੀਂ ਕਿਵੇਂ ਸੋਚਦੇ ਹੋ ਇਹ ਕਾਨੂੰਨ ਤੁਹਾਨੂੰ ਕਿਹੜੇ ਰੂਪ 'ਚ ਇਹ ਗਲਤ ਲੱਗਦੇ ਨੇ? ਇਹਦੇ 'ਚ ਜਿਹੜਾ ਸਾਰੇ ਰੂਪ ਗਲਤ ਨੇ। ਇਹਦੇ ਜਿਹੜਾ 1955 ਦਾ ਜ਼ਰੂਰੀ ਵਸਤਾਂ ਦਾ ਕਾਨੂੰਨ ਸੀ, ਜਿਹਨੂੰ ਤੋੜ ਦਿੱਤਾ ਗਿਆ, ਉਹ ਸੋਧ ਕੀਤੀ ਛੋਟੀ ਜੀ। ਹਾਂ, ਉਹਨੂੰ ਸੋਧ ਕਰਕੇ ਇਹ ਕਰਨ ਦਾ ਪ੍ਰਬੰਧ ਕਰ ਦਿੱਤਾ ਗਿਆ ਨਾ ਵੀ ਤੁਸੀਂ ਜਿੰਨਾ ਮਰਜ਼ੀ ਸਮਾਨ ਜਮਾਖੋਰੀ ਕਰਕੇ ਔਰ ਨਕਲੀ ਥੁੜ ਪੈਦਾ ਕਰਕੇ ਉਸ ਨੂੰ ਲੋਕਾਂ ਨੂੰ ਮਹਿੰਗੇ ਭਾਅ 'ਤੇ ਵੇਚਣ ਦਾ ਯਤਨ ਜਿਹੜਾ ਕੀਤਾ ਜਾ ਰਿਹਾ। ਜਿਵੇਂ ਅਜੇ ਹੈਗਾ ਕਿ ਜਿਹੜਾ ਇਹ ਕਾਨੂੰਨ ਹੁਣ ਆਇਆ ਇਹਨੇ ਔਰ ਇਸ ਦੀ ਜਿਹੜੀ ਤਿਆਰੀ ਸੀ
ਜਿਨ੍ਹਾਂ ਘਰਾਣਿਆਂ ਨੂੰ ਇਹ ਕਬਜ਼ਾ ਕਰਾਉਣਾ ਸੀ ਉਹਨਾਂ ਘਰਾਣਿਆਂ ਦੀ ਤਿਆਰੀ ਪਿਛਲੇ 2 ਸਾਲ ਤੋਂ ਲਗਾਤਾਰ ਚੱਲ ਰਹੀ ਸੀ। ਜਿਵੇਂ ਆਪਣੇ ਪੰਜਾਬ ਦੇ ਅੰਦਰ ਮੋਗੇ ਦੇ ਨੇੜੇ ਇੱਕ ਵੱਡਾ ਪਲਾਂਟ ਲਾਇਆ ਗਿਆ, ਸ਼ਾਜਲੀ ਵਿੱਚ ਵੀ ਹੈ। ਸ਼ਾਜਲੀ ਵਿੱਚ ਵੀ ਹੈ, ਪੰਜਾਬ 'ਚ 2 ਨੇ। ਹਾਂ, ਉਹਨਾਂ 'ਚ ਜਿਹੜਾ ਕੀਤਾ ਜਾ ਰਿਹਾ ਹੈ ਕਿ ਲਗਭਗ ਇੱਕ ਪਲਾਂਟ ਦੇ ਵਿੱਚ 40 ਲੱਖ ਬੋਰੀਆਂ ਸਾਂਭਣ ਦਾ ਯਤਨ ਹੈ। ਉਹਨਾਂ 40 ਲੱਖ ਬੋਰੀਆਂ ਨੂੰ ਸਾਂਭਣ ਦੇ ਲਈ ਜੇਕਰ ਉਹ ਲੋਕਾਂ ਨੂੰ, ਮਜ਼ਦੂਰਾਂ ਨੂੰ ਹੱਥਾਂ ਨੂੰ ਕੰਮ ਦਿਆ ਜਾਂਦਾ ਤਾਂ ਕੋਈ ਸਮਝ ਆਉਂਦੀ ਸੀ ਵੀ ਇਹ ਕਿਸੇ ਦੇ ਫਾਇਦੇ 'ਚ ਹੈ। ਪਰ ਉਹਦੇ 'ਚ ਜਿੱਥੇ ਕਿਸਾਨਾਂ ਦੀ ਜ਼ਮੀਨ ਫਸਲਾਂ ਦੀ ਖਰੀਦ ਕਰਕੇ ਉਸ ਦੇ ਵਿੱਚ ਜਮ੍ਹਾਂ ਕਰਨੀ, ਉਹਦੇ ਵਿੱਚ ਟੋਟਲ ਜਿਹੜੇ ਸਾਰਾ ਮਸ਼ੀਨਰੀ ਕੰਮ ਕਰੂਗੀ। ਉਹਦੇ 'ਚ ਸਿਲਾਈ ਦਾ ਕੰਮ ਵੀ ਮਸ਼ੀਨਰੀ ਨੇ ਕਰਨਾ, ਭਰਾਈ ਦਾ ਕੰਮ ਵੀ, ਲੋਡਿੰਗ ਦਾ ਵੀ, ਅਨਲੋਡਿੰਗ ਦਾ ਸਾਰਾ ਕੰਮ ਮਸ਼ੀਨਰੀ ਨੇ ਕਰਨਾ। ਉਹਨਾਂ ਲੋਕਾਂ ਦੇ ਹੱਕ 'ਚ ਹੈ ਜਿਹੜੇ ਕਾਰਪੋਰੇਟ ਘਰਾਣੇ ਨੇ, ਔਰ ਸਾਰੇ ਵਰਗ ਜਿਹੜੇ ਮਜ਼ਦੂਰ ਨੇ ਜਾਂ ਹੋਰ ਨੇ, ਉਹ ਸਾਰੇ ਮਜ਼ਦੂਰਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਸਾਰੇ ਜਨਤਾ ਦੇ ਖਿਲਾਫ ਹੈ। ਇਸ ਲਈ ਜਿਹੜਾ ਹੁਣ ਅੰਦੋਲਨ ਹੈ, ਇਹ ਇੱਕ ਅੰਦੋਲਨ ਇਸ ਪਾਸੇ ਨੂੰ ਜਾ ਰਿਹਾ ਜਿਵੇਂ ਵੀ ਰਾਜ ਪਲਟਾ ਹੋਣਾ ਹੋਵੇ, ਇਨਕਲਾਬੀ ਜਿਹੜੀ ਇਹਦੇ 'ਚ ਤਬਦੀਲੀ ਆਣੀ ਹੋਵੇ, ਉਸ ਪਾਸੇ ਨੂੰ ਜਿਹੜਾ ਇਹ ਸ਼ਿੰਗਾਰ ਜਾ ਰਿਹਾ। ਤੁਹਾਡਾ ਮਤਲਬ ਇਹ ਸਾਰੇ ਤੋਂ ਇਹ ਹੈ ਕਿ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਵਧੇਗੀ, ਪਰ ਜਿਸ ਤਰ੍ਹਾਂ ਹੁਣ ਮੋਰਚੇਬੰਦੀ ਚੱਲ ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਸਖਤੀ ਵੀ ਕਰ ਸਕਦੀ ਹੈ? ਸਰਕਾਰ ਦੀ ਮੈਨੂੰ ਨਹੀਂ ਲੱਗਦਾ ਸਖਤੀ ਕਰਨ ਦਾ ਯਤਨ ਕਰੂਗੀ, ਕਿਉਂਕਿ ਜਿਹੜਾ ਮੋਰਚਾ ਇੰਨਾ ਲਾਰਜ ਸਕੇਲ ਤੇ ਵੱਧ ਗਿਆ, ਫੈਲ ਗਿਆ। ਇਹ ਜਿੱਥੇ ਪੰਜਾਬ 'ਚੋਂ ਛੋਟੇ ਪੱਧਰ ਤੇ ਸ਼ੁਰੂ ਹੋਇਆ ਸੀ ਔਰ ਅਖੀਰ ਤੱਕ ਗਿਆ, ਹੁਣ ਇਹ ਸਾਰੇ ਹਿੰਦੁਸਤਾਨ ਦਾ ਸੰਘਰਸ਼ ਬਣ ਗਿਆ। ਔਰ ਹਿੰਦੁਸਤਾਨ ਦਾ ਨਹੀਂ, ਇੰਟਰਨੈਸ਼ਨਲ ਲੈਵਲ ਤੇ ਜਿਹੜਾ ਇਸ ਨੂੰ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ। ਉਸ ਕਰਕੇ ਸਰਕਾਰ ਦੀ ਏਡੀ ਹਿੰਮਤ ਨਹੀਂ ਹੁਣ ਪੈ ਸਕਦੀ ਕਿ ਉਹ ਜਲਦੀ ਸਖਤੀ ਕਰੇ। ਅਗਰ ਸਖਤੀ ਕਰੂਗੀ ਤਾਂ ਜਿਹੜਾ ਕਿ ਬਹੁਤ ਵੱਡਾ ਖੂਨ ਖਰਾਬਾ ਹੋਣਾ, ਔਰ ਜਿਹੜਾ ਕਿ ਨਾ ਉਹਦੇ 'ਚ ਬੀਜੇਪੀ ਬਚਣੀ, ਇਹ ਲੋਕ ਬਚਣਗੇ। ਫਿਰ ਵੀ ਜਿਨ੍ਹਾਂ ਲੋਕਾਂ ਦਾ ਦੇਸ਼ ਹੈ, ਇਹਨਾਂ ਲੋਕਾਂ ਨੇ ਮੁੜ ਕੇ ਕਬਜ਼ਾ ਕਰਿਆ। ਭਾਵੇਂ ਕਹੀ ਜਾਣ ਨਕਸਲਵਾਦ ਹੈ, ਇਹ ਕਹੀ ਜਾਣ ਖਾਲਿਸਤਾਨੀ ਹੈ, ਇਹ ਕਹੀ ਜਾਣ ਕੋਈ ਹੋਰ ਚੀਜ਼ ਹੈ, ਇਹ ਕਹੀ ਜਾਣ ਅੱਤਵਾਦੀ ਨੇ। ਇਹ ਜਿਹੜਾ ਬੰਦਾ ਆਪਣੇ ਹੱਕ ਲਈ ਖੜੂਗਾ, ਉਸ ਨੂੰ ਇਹ ਕੁਝ ਵੀ ਕਹਿ ਸਕਦੇ ਨੇ। ਜੇ ਸ਼ਹਿਰ 'ਚੋਂ ਕਿਸੇ ਨੇ ਕਹਿਦਾ, ਉਹ ਅਰਬਨ ਨਕਸਲਵਾਦੀ ਕਹਿੰਦੇ ਨੇ। ਜੇ ਪੰਜਾਬ 'ਚੋਂ ਕੋਈ ਕਿਸੇ ਨੇ ਦਾੜੀ ਕੇਸ ਰੱਖੇ ਹੋਣ, ਉਹ ਕਹਿੰਦੇ ਨੇ ਅੱਤਵਾਦੀ ਨੇ। ਇਸ ਤਰ੍ਹਾਂ ਦਾ ਕਰਕੇ ਇਹ ਲੋਕਾਂ 'ਚ ਭੰਬਲ ਭੁੱਸਾ ਪੈਦਾ ਕਰਕੇ ਲੋਕਾਂ ਦਾ ਭਾਈਚਾਰਾ ਤੋੜਨ ਦਾ ਯਤਨ ਕਰ ਰਹੇ, ਜਿਵੇਂ ਇਹਨਾਂ ਨੇ ਕਰੋਨਾ ਦੇ ਟਾਈਮ ਵੀ ਕੀਤਾ। ਕਰੋਨਾ 'ਚ ਵੀ ਪਹਿਲਾਂ ਮੁਸਲਮਾਨਾਂ ਦੇ ਗਲ ਮੜਨ ਦਾ ਯਤਨ ਕੀਤਾ ਗਿਆ ਕਿ ਇਹਨਾਂ ਨੇ ਇਹ ਫੈਲਾ ਰਹੇ ਨੇ। ਫਿਰ ਇਹਨਾਂ ਨੇ ਹਜੂਰ ਸਾਹਿਬ ਤੋਂ ਜਿਹੜੀ ਸਿੱਖ ਸੰਗਤ ਆ ਰਹੀ ਸੀ, ਉਹਨਾਂ ਦੇ ਗਲ ਮੜਨ ਦਾ ਯਤਨ ਕਰਨ। ਮਤਲਬ ਇਹ ਹਰ ਗੱਲ ਦੇ ਵਿੱਚ ਲੋਕਾਂ ਦਾ ਜਿਹੜਾ ਭਾਈਚਾਰਾ ਹੈ, ਉਸ ਨੂੰ ਤੋੜਨ ਦਾ ਯਤਨ ਕਰਕੇ ਰਾਜ ਭਾਗ ਨੂੰ ਆਪਣੇ ਨੂੰ ਕਾਇਮ ਕਰਨ ਦਾ ਸਾਰਾ ਯਤਨ ਕੀਤਾ ਜਾ ਰਿਹਾ ਸੀ। ਹੁਣ ਇਹਨਾਂ ਨੇ ਉਹਨਾਂ ਸ਼ਖਸੀਅਤਾਂ ਦੇ ਨਾਲ ਪੰਗਾ ਲੈ ਬੈਠੇ ਜਿਹੜੇ ਜੱਗ ਦਾ ਪਾਲਣਹਾਰੇ ਨੇ, ਲੋਕਾਂ ਦਾ ਪੇਟ ਪਾਲਦੇ ਨੇ, ਸਾਰੇ ਸੰਸਾਰ ਦਾ ਪੇਟ ਪਾਲਦੇ ਨੇ, ਦੇਸ਼ ਦਾ ਪੇਟ ਪਾਲਦੇ ਨੇ। ਔਰ ਦੇਸ਼ ਨੂੰ ਜਿਹੜਾ ਪਹਿਲਾਂ ਅਸੀਂ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਾ ਕੇ ਆਪਣੇ ਲੋਕਾਂ ਨੂੰ ਖਾਣ ਲਈ ਦਿੰਦੇ ਸੀ ਨਾ, ਮਹਿੰਗੇ ਭਾਵਾਂ ਦੇ ਲਾਉਂਦੇ ਸੀ, ਉਹ ਹਟਾ ਦਿੱਤਾ ਗਿਆ। ਹੁਣ ਸਾਰਾ ਅਨਾਜ ਸਾਡੇ ਕੋਲ ਵਾਧੂ ਬਾਫਰ ਰਹਿ ਗਿਆ। ਉਹਨਾਂ ਲੋਕਾਂ ਦੇ ਨਾਲ ਪੰਗਾ ਪਾ ਲਿਆ। ਇਸ ਕਰਕੇ ਸਰਕਾਰ ਨੇ ਬਚਣਾ ਨਹੀਂ। ਔਰ ਇਹ ਜਿਹੜੀ ਤਬਦੀਲੀ ਵਾਲੇ ਪਾਸੇ ਨੂੰ ਮੈਨੂੰ ਲੱਗਦਾ ਵੀ ਭਾਵੇਂ ਜਿੰਨਾ ਮਰਜ਼ੀ ਲੰਬਾ ਚੱਲੇ, ਇਹ ਜਿੰਨਾ ਲੰਬਾ ਚੱਲੂਗਾ ਅਸੀਂ ਜਿੱਤ ਕੇ ਮੁੜਾਂਗੇ। ਔਰ ਇਹ ਸਪਸ਼ਟ ਹੈ ਵੀ ਜਿੱਤ ਹਮੇਸ਼ਾ ਸ਼ਾਂਤਮਈ ਤਰੀਕੇ ਨਾਲ ਲੜ ਰਹੇ ਲੋਕਾਂ ਦੀ ਹੁੰਦੀ ਹੈ। ਔਰ ਕਿਉਂਕਿ ਸਾਡੇ ਪਾਸ ਕੁਝ ਗਵਾਉਣ ਨੂੰ ਨਹੀਂ ਕੁਛ ਵੀ ਹੈਗਾ, ਅਸੀਂ ਪ੍ਰਾਪਤ ਕਰਨਾ ਹੈ। ਉਹ ਸਾਡੇ ਤੋਂ ਜੋ ਕੁਝ ਸਾਡੇ ਕੋਲ ਹੈਗਾ ਉਹ ਖੋਣਾ ਚਾਹੁੰਦੇ ਆ। ਇਸ ਲਈ ਅਸੀਂ ਜਿਹੜੀ ਲੜਾਈ ਹੈ ਅੰਤ 'ਚ ਆਪਣੀ ਜਿੱਤ ਕੇ ਵਾਪਸ ਆਵਾਂਗੇ। ਹਾਂਜੀ, ਤੁਹਾਡਾ ਕੀ ਨਾਂ ਹੈ? ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ, ਮੋਹਾਲੀ ਦਾ ਜੀ। ਤੇ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਕਾਨੂੰਨਾਂ ਨੂੰ? ਕਿਸਾਨ ਕਿਸ ਹੱਦ ਤੱਕ ਸਫਲ ਹੋਣਗੇ? ਕਿਉਂਕਿ ਜਿੰਨੇ ਗੱਲਬਾਤ ਦੇ ਗੇੜ ਮੰਤਰੀਆਂ ਦੇ ਪੈਨਲ ਨਾਲ ਹੋਏ ਨੇ, ਉਹ ਚਾਹੁੰਦੇ ਨੇ ਜਿੰਨੀ ਮਰਜ਼ੀ ਤਬਦੀਲੀ ਕਰਵਾ ਲਓ। ਜਦੋਂ ਕਿਸਾਨ ਲੀਡਰ ਦਿੱਲੀ ਮੋਰਚਿਆਂ ਤੇ ਸਟੇਜ ਤੇ ਦੱਸਦੇ ਨੇ ਕਿ ਮੰਤਰੀ ਹਰ ਤਰ੍ਹਾਂ ਦੀ ਤਬਦੀਲੀ ਲਈ ਤਿਆਰ ਨੇ, ਸਾਡੇ ਗ੍ਰਹਿ ਮੰਤਰੀ ਇਹਨਾਂ ਤਿੰਨੇ ਐਕਟਾਂ ਵਿੱਚ ਹਰ ਤਰ੍ਹਾਂ ਦੀ ਤਬਦੀਲੀ ਕਰਨ ਲਈ ਤਿਆਰ ਨੇ ਜੋ ਸੋਧਾਂ ਕਿਸਾਨ ਚਾਹੁੰਦੇ ਨੇ, ਤੇ ਫਿਰ ਉਹਨਾਂ ਦਾ ਮੰਨਣਾ ਕਿ ਕਿਸਾਨ ਇਹ ਕਾਨੂੰਨ ਰੱਦ ਕਰਾਉਣ ਲਈ ਹੀ ਕਿਉਂ ਅੜੇ ਹੋਏ ਹਨ? ਜੇ ਉਹ ਸਾਰੇ ਜਿੱਦਾਂ ਕਹਿ ਰਹੇ ਹੋ, ਗਰੇਵਾਲ ਦਾ ਵੀ ਬਿਆਨ ਆਇਆ, ਹੋਰ ਵੀ ਬਿਆਨ ਆਏ ਨੇ
ਕਿ ਭਾਵੇਂ ਸਾਡੋਂ 99% ਤੁਸੀਂ ਕਾਨੂੰਨ 'ਚ ਸੋਧਾਂ ਕਰਾ ਲਓ, ਪਰ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ ਤੁਸੀਂ। ਜੇ ਖਾਲੀ ਡੱਬਾ ਤਾਂ ਉਹਨਾਂ ਨੇ ਕੀ ਕਰਨਾ ਹੈ? ਜਦੋਂ ਸੋਧਾਂ ਹੋ ਗਈਆਂ ਉਹ ਕਹ ਰਹੇ ਰੱਦੀ ਆ, ਆਹ ਰੱਦੀ ਨੂੰ ਵਾਪਸ ਲੈਣ ਤੋਂ ਉਹਨਾਂ ਨੂੰ ਕੀ ਇਤਰਾਜ਼ ਆ? ਸਰਕਾਰ ਨੂੰ ਇਸ ਚੀਜ਼ ਦਾ ਕੀ ਇਤਰਾਜ਼ ਆ? ਤੁਹਾਨੂੰ ਇਹ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਜਿਹੜੇ ਕਿਰਤ ਕਾਨੂੰਨ ਨੇ ਜਿਹੜੇ ਬਹੁਤ ਮਾਰੂ ਸਾਬਤ ਹੋ ਸਕਦੇ ਨੇ ਆਮ ਲੋਕਾਂ ਲਈ? 12 ਘੰਟੇ ਦੀ ਮਜ਼ਦੂਰੀ ਹੋ ਗਈ ਹੈ, ਪੱਕੀ ਕੀਤੀ ਜਾ ਰਹੀ ਹੈ। 12 ਘੰਟੇ ਇਨਸ਼ੋਰਡ ਹੋਏਗਾ, ਇੱਕ ਮਜ਼ਦੂਰ ਨੂੰ 12 ਘੰਟੇ ਇੱਕ ਦਿਨ 'ਚ ਦਿਹਾੜੀ ਕਰਨੀ ਪਏਗੀ ਅਤੇ 1 ਅਪ੍ਰੈਲ ਤੋਂ ਧਰਨਿਆਂ ਦੀ ਮਨਾਹੀ ਹੋਊਗੀ। ਮੁਲਕ 'ਚ ਕੋਈ ਵੀ ਧਰਨਾ ਮੁਜ਼ਾਹਰਾ ਨਹੀਂ ਕਰ ਸਕੇਗਾ। ਤੇ ਕੀ ਉਹਨਾਂ ਨੂੰ ਹੋ ਸਕਦਾ ਸਰਕਾਰ ਨੂੰ ਜਾਪਦਾ ਹੋ ਕੇ ਫਿਰ ਇਹਨਾਂ ਕਾਨੂੰਨਾਂ ਵਿਰੁੱਧ ਲੋਕ ਉੱਠਣਗੇ? ਜ਼ਰੂਰ। ਆਹ ਕਾਨੂੰਨ ਬਣਾਏ ਹੀ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਲਈ ਬਣਾਏ ਜਾ ਰਹੇ ਆ। ਪੂਰੇ ਭਾਈਚਾਰੇ ਨੂੰ ਉਹਨਾਂ ਦਾ ਗੁਲਾਮ ਬਣਾਉਣਾ ਚਾਹੁੰਦੇ ਆ। ਆਹ ਜੋ ਕਿ ਆਹ ਆਪਣਾ ਅਬਾਨੀ ਅਡਾਨੀ ਤੇ ਪੂਰੇ ਦੇਸ਼ ਨੂੰ ਗੁਲਾਮ ਕਰਨ ਦੀ ਆਹ ਯੋਜਨਾ ਨੂੰ ਮੁੱਖ ਰੱਖਦੇ ਹੋਏ ਬੀਜੇਪੀ ਸਰਕਾਰ ਏਜੰਡੇ ਦੇ ਚੱਲ ਰਹੀ ਆ। ਸਾਰੇ ਮਜ਼ਦੂਰ ਸਾਰੇ ਕਾਰੋਬਾਰ ਉਹਨਾਂ ਦੇ ਹੱਥ 'ਚ ਦੇ ਰਹੇ ਆ। ਹੌਲੀ ਹੌਲੀ ਕਰਕੇ ਸਾਡੀ ਰੇਲਵੇ ਵੇਚਤਿਆ ਇਹਨਾਂ ਨੇ, ਜਿੰਨੇ ਵੀ ਸਰਕਾਰੀ ਮਹਿਕਮੇ ਦੇ ਹੌਲੀ ਹੌਲੀ ਕਰਕੇ ਆਹ ਵੇਚੀ। ਤੁਹਾਡੇ ਮੁਤਾਬਕ ਜਦੋਂ ਮਹਿਕਮੇ ਵੇਚੇ ਜਾ ਰਹੇ ਸੀ ਉਦੋਂ ਕਿਉਂ ਨਹੀਂ ਲੋਕ ਉੱਠੇ? ਉੱਠਣਾ ਉਦੋਂ ਵੀ ਬਣਦਾ ਸੀ। ਪਹਿਲਾਂ ਨੋਟਬੰਦੀ ਹੋ ਗਈ, ਉਸ ਤੋਂ ਬਾਅਦ GST ਲੱਗ ਗਈ ਤੇ ਹੁਣ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਸਾਡੇ ਸਾਰੇ ਸਰਕਾਰੀ ਅਦਾਰੇ ਦੇ ਜਿੰਨੇ ਵੀ ਉਹ ਸਰਕਾਰ ਵੱਲੋਂ ਵੇਚੇ ਜਾ ਰਹੇ ਆ। ਪਰ ਜੋ ਵੀ ਵਿਦਰੋਹ ਹੋਇਆ ਸ਼ੁਰੂ ਪੰਜਾਬ ਤੋਂ ਹੋਇਆ ਆ। ਕਿਸੇ ਵੀ ਭਾਵੇਂ ਆਜ਼ਾਦੀ ਦਾ ਹੋਇਆ, ਉਹ ਸਾਨੂੰ ਭਾਵੇਂ ਅੱਤਵਾਦੀ ਕਹਿਣ, ਭਾਵੇਂ ਸਾਨੂੰ ਖਾੜਕੂ ਕਹਿਣ, ਖਾਲਿਸਤਾਨੀ ਕਹਿਣ, ਪਰ ਉਹਨਾਂ ਨੂੰ ਤਾਂ ਗੁਲਾਮੀ ਵੀ ਮਨਜ਼ੂਰ ਸੀ। ਆਜ਼ਾਦੀ ਦੀ ਲੜਾਈ ਵੀ ਪੰਜਾਬ ਤੋਂ ਸ਼ੁਰੂ ਹੋਈ ਆ, ਉਸ ਪੰਜਾਬੀਆਂ ਨੂੰ ਉਹ ਵੀ ਨਹੀਂ ਮਨਜ਼ੂਰ ਸੀ। ਤੇ ਹਰੇਕ ਚੀਜ਼ ਦਾ ਵਿਦਰੋਹ ਹੁੰਦਾ ਹੈ ਪੰਜਾਬ ਤੋਂ ਸ਼ੁਰੂ ਹੁੰਦਾ ਆ। ਹੁਣ ਇਹ ਪੂਰੇ ਇੰਡੀਆ ਲੈਵਲ ਤੇ ਫੈਲ ਗਿਆ ਆ। ਹਾਂਜੀ, ਤੁਹਾਡਾ ਨਾਮ? ਸਾਧੂ ਸਿੰਘ ਜੀ, ਕਿਹੜੇ ਪਿੰਡ ਤੋਂ? ਰਾਮਗੜ੍ਹ ਪੁੱਡਾ, ਤੇ ਕਿਹੜੀ ਯੂਨੀਅਨ ਨਾਲੋਂ? ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ। ਹਾਂਜੀ, ਤੁਸੀਂ ਕਿਵੇਂ ਸੋਚਦੇ ਹੋ ਕਿ ਕਿੰਨੇ ਕੁ ਸਫਲ ਹੋਣਗੇ ਕਿਸਾਨ ਇਹ ਨਵੇਂ ਕਾਨੂੰਨ ਰੱਦ ਕਰਵਾਉਣ 'ਚ? 101% ਪਰ ਕਾਮਯਾਬ ਹੋਣਗੇ। ਤੁਹਾਨੂੰ ਕਿਵੇਂ ਗਲਤ ਲੱਗਦੇ ਨੇ ਉਹ ਕਾਨੂੰਨ? ਕਾਨੂੰਨ ਸਾਰੇ ਗਲਤ ਆ। ਇਹਨਾਂ ਨੇ ਜਦ ਕੁਝ ਰੱਖੀ ਹੀ ਨਹੀਂ ਆਪਣੇ ਹੱਥ ਮਾ, ਇਹ ਤਾਂ ਸਭ ਅਡਵਾਨੀਆਂ ਦੇ ਹੱਥ 'ਚ ਦੇ ਦਿਆ ਇਹਨਾਂ ਨੂੰ ਜੋ ਕੁਝ ਵੀ ਦੇਸਦਾ ਸੀ। ਇਸ ਤਰ੍ਹਾਂ ਤੋਂ ਅੰਗਰੇਜ਼ਾਂ ਨੇ ਵੀ ਆਪਣੇ ਹੱਥ ਮਾ ਸਭ ਕੁਝ ਰੱਖਿਆ ਸੀ। ਇਹਨਾਂ ਨੇ ਤਾਂ ਹਵਾਈ ਅੱਡਾ ਹੋ, ਰੇਲਵੇ ਹੋ, ਬਾਕੀ ਕਿਸਾਨ ਰਹਿ ਗਏ ਤੇ ਬਾਕੀ ਟਰਾਂਸਪੋਰਟ ਸਭ ਉਹਨਾਂ ਦੇ ਅੰਡਰ ਦੇ ਦੀ। ਤੇ ਸਿਰਫ ਇੱਕ ਕਿਸਾਨ ਰਹਿ ਗਏ ਸੀ, ਉਹਨਾਂ ਤੇ ਵੀ ਇਹਨਾਂ ਨੇ ਕਬਜ਼ਾ ਅਡਵਾਨੀ ਦਾ ਕਰਾਣਾ ਤੱਕ ਲਿਆ ਸੀ। ਅਡਾਨੀ ਦਾ ਨਹੀਂ, ਮਜ਼ਦੂਰਾਂ ਦੇ ਹੱਕ 'ਚ ਖੜੇ ਹੋਵੋਗੇ? ਹਾਂਜੀ, ਪੱਕਾ ਖੜੇ ਹੋਣਗੇ। ਮਜ਼ਦੂਰ ਸਾਡੇ ਨਾਲ ਹੈ। ਅਗਰ ਜ਼ਿਮੀਂਦਾਰ ਦੀ ਫਸਲ ਮਜ਼ਦੂਰ ਨਾ ਕੱਟੇ, ਜ਼ਿਮੀਂਦਾਰ ਕਾਮਯਾਬ ਨਹੀਂ ਹੋ ਸਕਦਾ। ਅਗਰ ਮਜ਼ਦੂਰ ਜ਼ਿਮੀਂਦਾਰ ਦਾ ਸਾਥ ਨਾ ਦੇ ਤੇ ਮਜ਼ਦੂਰ ਜ਼ਿਮੀਂਦਾਰ ਨਹੀਂ ਕਾਮਯਾਬ ਹੋ ਸਕਦਾ। ਅਗਰ ਜ਼ਿਮੀਂਦਾਰਾ ਖਤਮ ਹੋ ਜਾਏ ਤਾਂ ਮਜ਼ਦੂਰ ਖਤਮ ਹੈ, ਮਜ਼ਦੂਰ ਨਹੀਂ ਕਾਮਯਾਬ ਹੋ ਸਕਦਾ। ਮਜ਼ਦੂਰ ਕਿੱਥੇ ਕਰਨਗੇ ਜੇ ਜ਼ਿਮੀਂਦਾਰਾਂ ਨਾ ਰਿਹਾ? ਸਭ ਚੀਜ਼ ਜ਼ਿਮੀਂਦਾਰ ਦੇ ਲਾਈਨ ਤੇ ਚੱਲਦੀ ਆ। ਜ਼ਿਮੀਂਦਾਰ ਇੱਕ ਧੁਰਾ ਗੱਡੀ ਦਾ, ਜੇ ਧੁਰਾ ਹੀ ਟੁੱਟ ਗਿਆ ਤਾਂ ਗੱਡੀ ਇੱਕ ਡਿੰਗ ਨਹੀਂ ਚੱਲ ਸਕਦੀ। ਔਰ 26 ਤਰੀਕ ਨੂੰ ਮੇਰਾ ਖਿਆਲ ਕਹਿੰਦਾ ਵੀ ਮੋਦੀ ਨਹੀਂ ਝੰਡਾ ਚੜਾਊਗਾ, ਕਿਸਾਨ ਇਹ ਝੰਡਾ ਲਹਿਰਾਏਗਾ ਲਾਲ ਕਿਲੇ ਤੇ। ਅਜ਼ੀਜ਼ਪੁਰ ਟੋਲ ਪਲਾਜ਼ਾ ਤੇ ਹੀ ਅਸੀਂ ਮੇਰਠ ਦੇ ਇੱਕ ਵਿਅਕਤੀ ਨੂੰ ਮਿਲਦੇ ਹਾਂ। ਹਾਂਜੀ, ਤੁਹਾਡਾ ਨਾਂ ਕੀ ਹੈ? मेरा नाम चौधरी आज़ादवीर सिंह सिंधु है जी। ਇਹ ਤੁਸੀਂ ਇੱਥੇ ਹੀ ਰਹਿ ਰਹੇ ਹੋ? हाँ, मैं इतना ही रहता हूँ जी। वैसे हम रहने वाले मेरठ के हैं जी। ये टोल प्लाजा पे ही हैं जी। ये आपका है ठेका? है आपने लिया हुआ है? हाँ जी, मेरे छोटे भाई पे है ठेका लिया हुआ, यहीं पर रहते हैं हम यूपी में गन्ना बेचते हैं जी। हमारी यूपी की सरकार में किसकी नहीं बुराई कर रहा नहीं अच्छाई कर रहा, जो रियलिटी है वो आपसे मैं बताना चाहता हूँ जी। गन्ना बेचते हैं जी, 2020 का 21 चल गई, पेमेंट नहीं मिल रहा जी। योगी जी ने हमारे ने बोला अभी 14 दिन में आपको पेमेंट मिल जाएगा गन्ने का। 2-2 साल हो जाते हैं जी। 1 साल तो गन्ने की बिजाई में चलेगा, किसान 3-3 साल पीछे जाता है जी। 1 साल तो गन्ना तैयार करने में हो गया, 2-2 साल मिल पेमेंट नहीं दे रहे, तो किसान क्या करेगा जी? ਪੰਜਾਬ ਦੀਆਂ ਖੰਡ ਮਿੱਲਾਂ ਵੀ ਇਹੀ ਕਰਦੀਆਂ ਨੇ। सबका यही चल रहा है जी।
अब जो कि ये 3 अध्यादेश आए हैं, इसमें किसान का कोई भी बेनिफिट नहीं है। क्यों? कॉन्टेक्चुअल खेती हो, कॉन्टेक्चुअल खेती में तो फायदा है। अगर किसान की मर्जी से होगा वो, उसमें किसान की मर्जी से कुछ नहीं होना भाई। वो सारा कुछ बीज या सारा कुछ कंपनियों से करके जा रहे हैं, वो अपने हिसाब से खेती करा रहे हैं जी। तो उसका बेनिफिट तो तब है जी कॉन्ट्रैक्ट फार्मिंग का, जब उसमें किसान का बेनिफिट हो। अच्छा, ये इन्होंने स्टोर बनाया, स्टोरेज में फ़ायदा जब है किसान के लिए, किसान ने मतलब अपना आलू लाया और भी कुछ चीज़ है उसमें, उसकी किसान की स्टोरेज होनी चाहिए, तो किसान को उसका बेनिफिट है भंडारण में। और जब वो उन्होंने अपने कर लिया जी, कोई चीज़ मैंने खरीद ली तो मैं तो अपनी मर्जी से बेचूंगा मार्केट में, तब बेचूंगा जब मार्केट में कमी आ जाएगी। तो ये जी इनका किसान इसीलिए विरोध कर रहे हैं, इनका विरोध होना चाहिए जी। खत्म होने के बाद दोबारा किसानों की अकॉर्डिंग बनने चाहिए जी, जिसमें ਇਹਦਾ ਮਤਲਬ ਤਾਂ बेनिफिट हो जी। ਆਜ਼ਾਦਵੀਰ ਜੀ, ਇਹਦਾ ਮਤਲਬ ਤਾਂ ਫਿਰ ਇਹ ਹੋਇਆ ਨਾ ਕਿ ਆਮ ਲੋਕਾਂ ਨੂੰ ਚੀਜ਼ਾਂ ਬਹੁਤ ਮਹਿੰਗੀਆਂ ਮਿਲਣਗੀਆਂ ਪਰ किसान ਨੂੰ ਕੋਈ फायदा नहीं। नहीं जी, किसान कोई फायदा नहीं है। किसान और मजदूर एक, जब ये दोनों एक होंगे तभी देश बचेगा, नहीं देश नहीं बचता जी। किसान तो चलो अपना उगा कर खा लेगा जी, मेरे पास 1 किला आधा किला जो भी ज़मीन है मैं तो उगा कर खा लूँगा। आपके पास ज़मीन नहीं है जी, तो आप कहाँ से खाओगे? आपको तो लेना पड़ेगा। इन भाई साहब ने बना लिया अपना गोदाम, तो ये तो अपने अकॉर्डिंग बेचेंगे, ये तो 150 रुपये किलो बेचेंगे आटा। आपकी मर्जी है, आप लो या ना लो। अब जब पेट में आग लगेगी तो खाना तो पड़ेगा ही जी। तो ये किसानों के हित में बिल्कुल भी नहीं है जी। मेरी तीनों कानून, हाँ जी, तीनों कानून, कोई से भी कानून में किसान का कोई बेनिफिट नहीं है। इसका ये रद्द करने के बाद में किसान की एक मीटिंग बैठाई जाए, किसानों को ऑर्डिंग बनाया जाए जी, तो इसका बेनिफिट है जी। नहीं पर प्रधानमंत्री तो कहते हैं किसानों लिए बहुत फायदेमंद ने कानून। नहीं, एक बात बताओ जी, फायदेमंद होते हमने मान ली वे 100 आदमी और हम 1000 आदमी, ये मान के चलो उन 100 की ज़्यादा समझ चलेगी जी, हमारे हज़ारों की चलेगी। अगर ये कानून अच्छे होते, ये बेचारे 3 महीने से यहाँ बैठे हुए, हमारा टोल भी बंद पड़ा है जी 3 महीने से, तो ये पागल तो है नहीं जी। या इनके सर में घूमड़ा तो निकलने लिया, एक पागल हो सकता है, 2 पागल हो सकता है, सभी पागल नहीं हो सकते जी। यूपी में भी गाजीपुर बॉर्डर पर सारे किसान बैठे जी, सिंघू बॉर्डर पर बैठे, टिकरी बॉर्डर पर बैठे, तो एक जगह का किसान पागल हो जाएगा। चलो पंजाबी को ये बोल रहे हैं जो खालिस्तानी है, ये है, हालांकि है नहीं। मैं 3 महीने से इनके बीच में रहने, मैंने तो कोई भी खालिस्तान का नारा लाता नहीं देखा जी, ना कोई आतंकवादी का नारा लाता हुआ देखा मैंने। सब किसान एकता जिंदाबाद, किसान एकता जिंदाबाद, भारत माता की जय, भारत माता की जय बोल रहे हैं, कोई नहीं बोलता इससे ज़्यादा। तो मेरा आपके माध्यम से ये कहना है जी, इन कानूनों को रद्द करा कर नए सिरे से कानून बनाया जाए जो किसान के हित में हो। वैसे देश अपना जी कृषि प्रधान देश है, कृषि प्रधान देश हम जब मानते हैं जब किसान की सुनी जाती, पर किसान की तो बात सुनी नहीं जा रही। आप कह रहे हो कृषि प्रधान देश है, 70% लोग यहाँ पर खेती पर निर्भर हैं, खेती पर निर्भर है तो फिर उनकी बात सुनो। जब 50% से कोई चीज़ ज़्यादा होगी जी तो बात उसकी सुनी जावे। सुन रहे हैं उनकी जिनके पास 1% भी कुछ नहीं है, बात उन्हों की सुनने जा रहे हैं। कृषि मंत्री बना, कृषि मंत्री उसने बनाओ जो MSc एग्रीकल्चर हो, PhD हो एग्रीकल्चर से, जिसने 5वीं क्लास पढ़े नहीं एग्रीकल्चर के बारे में। प्रधानमंत्री की क्वालिफिकेशन के बारे में आप क्या सोचोगे, कितना बड़ा होना चाहिए हमारा प्रधानमंत्री? देखो जी, मैं तो ये कहूँगा जितने भी MLA MP बनाए जाते हैं ना, इनका सबका जैसे आजकल आपने देखा है ना, JBT हमारे यहाँ BTC बोलते हैं, UP टेट चल रहे हैं, P टेट चल रहा है, स्टेट चल रहे हैं, इनका सबका ऐसे एक टेट क्लियर होना चाहिए। एक प्राइमरी टीचर के लिए तो आपने इतने बड़े टेट, फिर सुपर टेट, उसके बाद में फिर इंटरव्यू, इतना सारा कुछ लगा दिया। भाई इन्हों के हाथ में पूरे अपने ज़िले की कमान दे रहे हो, पूरे अपने स्टेट की कमान दे रहे हो, इनका इंटरव्यू क्यों नहीं लेते, इनका टेट क्यों नहीं ले रहे भाई, इनका भी पेपर जवाब। ਸੋ ਆਜ਼ਾਦਵੀਰ ਸਿੰਘ ਜੋ ਮੇਰਠ ਦੇ ਨੇ, ਉਹਨਾਂ ਦਾ ਕਹਿਣਾ ਕਿ ਜਿਹੜੇ MLA MPs ਜਾਂ ਮੰਤਰੀ ਬਣਦੇ ਨੇ ਉਹਨਾਂ ਦੇ ਵੀ ਜਿਵੇਂ ਅਧਿਆਪਕਾਂ ਦੇ ਵੱਖ-ਵੱਖ ਤਰ੍ਹਾਂ ਦੇ ਪਾਤਰਤਾ ਇਮਤਿਹਾਨ ਹੁੰਦੇ ਹਨ, ਉਹਨਾਂ ਉਸ ਤਰ੍ਹਾਂ ਦੇ ਇਹਨਾਂ ਦੇ ਵੀ ਇਮਤਿਹਾਨ ਹੋਣ। ਅਤੇ ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਬਿੱਲ ਕਿਸਾਨ ਕਾਨੂੰਨ ਜਿਹੜੇ ਖੇਤੀ ਨਾਲ ਜੁੜੇ ਨਵੇਂ ਕਾਨੂੰਨ ਨੇ, ਇਹ ਬਿਲਕੁਲ ਕਿਸਾਨੀ ਦੇ ਹੱਕ ਵਿੱਚ ਨਹੀਂ, ਇਹ ਆਮ ਲੋਕਾਂ ਲਈ ਵੀ ਬਹੁਤ ਖਤਰਨਾਕ ਹਨ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।